प्यारे दर्शकों, तुहाडा पंजाबनामा प्रोग्राम दे विच स्वागत है। इस प्रोग्राम दे विच असीं किसानी अंदोलन ते अज सुप्रीम कोर्ट दे विच की होया है, उस तो बाद किसानां दी मीटिंग जिहड़ी विग्यान भवन च जिहड़े केंद्री खेतीबाड़ी मंत्री उन्हां नाल चल रही है। इस प्रोग्राम दे विच साडे नाल कांग्रेस दे पंजाब प्रदेश कांग्रेस दे बुलारे कंवर उदय ठाकर जी ने। उन्हां तो जाणांगे वो भी खेती मामलिਆਂ बारे बड़ी लंमी चौड़ी पता रखते हैं, जानकारी रखते हैं। उन्होंने तो जाणांगे कि मामला किधर नूं जा रहा। पौने 2 महीने तो वध समा हो गया किसानों नूं दिल्ली दीआं बरूहां ते बैठियां भी ये अंदोलन की रुख लेगा। तो अज जिहड़ियां 2 मीटिंगां उस तो बाद असीं उन्हां दोनों बारे गल करांगे। सुप्रीम कोर्ट च की होया ते जिहड़ी किसान मीटिंग की हुई है। ठाकुर साहब, तुहाडा की कहना जिहड़ा अंदोलन चल रहा? देखो जम्मू जी, ਮੈਨੂੰ ਲੱਗਦਾ ਹਿੰਦੁਸਤਾਨ ਦੇ ਇੱਕ ਦਹਾਕੇ 20 ਵਰਿਆਂ ਦੇ ਵਿੱਚ ਬਹੁਤ ਅੰਦੋਲਨ ਹੋਏ। 3 ਅੰਦੋਲਨ ਤਾਂ ਬਹੁਤ ਵੱਡੇ ਵੱਡੇ ਅੰਦੋਲਨ ਜਿਹੜੇ ਕਿਸਾਨੀ ਅੰਦੋਲਨ ਅਸੀਂ ਕਹਿ ਸਕਦੇ ਹਾਂ। ਸਾਡੀ ਉਮਰਾਂ ਤੋਂ ਬਹੁਤ ਪਹਿਲਾਂ ਵੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਹੋਇਆ। 87 ਔਰ 89 87 88 99 ਦਾ ਅੰਦੋਲਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਂ ਖੁਦ ਵੀ ਉਹਦੇ ਅੰਦਰ ਸ਼ਾਮਲ ਹੋਇਆ। ਮੈਂ ਬੱਚਾ ਸੀ, ਉਮਰ ਘੱਟ ਸੀ, ਲੇਕਿਨ ਮੈਂ ਸ਼ਾਮਲ ਹੋਇਆ, ਅੰਦੋਲਨ ਨੂੰ ਦੇਖਿਆ। ਪਹਿਲੇ ਦੀ ਗੱਲ ਤਾਂ ਮੈਂ ਨਹੀਂ ਕਰ ਸਕਦਾ, ਲੇਕਿਨ 87 88 ਦੇ ਅੰਦੋਲਨ ਦੀ ਤੁਹਾਨੂੰ ਗੱਲ ਦੱਸਾਂ ਮੈਂ। ਬਾਬਾ ਮਹਿੰਦਰ ਸਿੰਘ ਟਕੈਤ ਜਿਨ੍ਹਾਂ ਦੀ ਅਗਵਾਈ ਦੇ ਅੱਗੇ ਇਹ ਅੰਦੋਲਨ ਹੋਇਆ। ਪਹਿਲੇ 6 ਦਿਨ ਅੰਦੋਲਨ ਠੀਕ ਚੱਲਿਆ। 7ਵੇਂ ਦਿਨ ਲਾਠੀ ਭਰਾਈ ਗਈ, ਲੇਕਿਨ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਇਤਿਹਾਸ ਬਣ ਗਿਆ। ਸਾਰੀ ਅੱਜ ਬੀਜੇਪੀ ਵਾਲੇ ਕਹਿੰਦੇ ਆ ਕਿ ਓਪੋਜੀਸ਼ਨ ਪਾਰਟੀਆਂ ਵਾਲੇ ਲੀਡਰ ਉਹਨਾਂ ਨੂੰ ਮਿਲਦੇ ਆ ਜੀ ਕਿਸਾਨਾਂ ਨੂੰ। ਉਸ ਸਮੇਂ ਅੰਦੋਲਨ ਦੇ ਅੰਦਰ ਵੋਟ ਕਲੱਬ ਦੇ ਅੰਦਰ ਚੰਦਰ ਸ਼ੇਖਰ ਜੀ, ਦੇਵੀ ਲਾਲ ਜੀ, ਲਾਲ ਕਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ, ਦੇਵਗੌੜਾ ਸਾਹਿਬ, ਇਹੋ ਜਿਹਾ ਕਿਹੜਾ ਓਪੋਜੀਸ਼ਨ ਦਾ ਲੀਡਰ ਸੀਗਾ ਜਿਹੜਾ ਉਹਨਾਂ ਨੂੰ ਮਿਲਣ ਦੇ ਵਾਸਤੇ ਨਹੀਂ ਗਿਆ। ਔਰ ਖੁਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਸੰਦੇਸ਼ਾ ਉੱਥੇ ਪਹੁੰਚਿਆ। ਰਾਜੀਵ ਗਾਂਧੀ ਜੀ ਨੂੰ ਉਹਨਾਂ ਦੀ ਬੇਸ਼ੱਕ ਸਾਡੀ ਸਰਕਾਰ ਸੀ, ਲੇਕਿਨ ਝੁਕਣਾ ਪਿਆ, ਉਹਨਾਂ ਦੀ ਮੰਗਾਂ ਮੰਨਣੀਆਂ ਪਈਆਂ ਔਰ ਉਹ ਕਿਸਾਨ ਅੰਦੋਲਨ ਹੈ ਜਿਹੜਾ ਉਹ ਸ਼ਾਂਤ ਹੋਇਆ। ਅੱਜ ਤੁਸੀਂ ਲਾਓ, ਮੈਂ ਮੰਨਦਾ ਕਿ ਉਸ ਅੰਦੋਲਨ ਨੂੰ ਵੀ ਮੈਂ ਦੇਖਿਆ। ਅੱਜ ਉਸ ਤੋਂ ਵੀ ਵੱਡਾ ਇੱਕ ਜਨ ਅੰਦੋਲਨ ਖੜਾ ਹੋਇਆ, ਕਿਉਂਕਿ ਉਹ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਲਨ ਸੀ। ਇਹ ਅੰਦੋਲਨ ਜਿਹੜਾ ਅੱਜ ਹੈ ਇਹ ਆਮ ਆਦਮੀ ਦਾ ਅੰਦੋਲਨ ਬਣ ਗਿਆ। ਤੁਹਾਨੂੰ ਉੱਥੇ ਬੱਚੇ ਵੀ ਮਿਲਣਗੇ, ਤੁਹਾਨੂੰ ਉੱਥੇ ਬਜ਼ੁਰਗ ਵੀ ਮਿਲਣਗੇ, ਉੱਥੇ ਤੁਹਾਨੂੰ ਸ਼ਹਿਰੀ ਵੀ ਮਿਲਣਗੇ, ਉੱਥੇ ਤੁਹਾਨੂੰ ਵਪਾਰੀ ਵੀ ਮਿਲਣਗੇ। ਇੱਕ ਮੇਲੇ ਦਾ ਰੂਪ ਲੈ ਲਿਆ ਇਸ ਅੰਦੋਲਨ ਨੇ। ਇਹ ਅੰਦੋਲਨ ਲੱਗਦਾ ਹੀ ਨਹੀਂ, ਇਹ ਲੱਗਦਾ ਹੈ ਕਿ ਆਪਣੀ ਖੁਸ਼ੀਆਂ ਨੂੰ ਸਾਂਭਣੇ ਦੇ ਵਾਸਤੇ, ਆਪਣੇ ਹੱਕਾਂ ਨੂੰ ਲੈਣ ਦੇ ਵਾਸਤੇ ਸਾਰਾ ਹਿੰਦੁਸਤਾਨ ਉੱਥੇ ਪਹੁੰਚ ਗਿਆ। ਲੇਕਿਨ ਕੇਂਦਰ ਦੀ ਇਹ ਜਿਹੜੀ ਤਾਨਾਸ਼ਾਹ ਸਰਕਾਰ ਹੈ, ਜਿਹੜੀ ਮੋਦੀ ਤੇ ਸ਼ਾਹ ਦੀ 2 ਬੰਦਿਆਂ ਦੀ ਸਰਕਾਰ ਹੈ, ਇਹਨਾਂ ਨੇ ਇਸ ਅੰਦੋਲਨ ਨੂੰ ਇੱਕ ਅਲੱਗ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਕਦੋਂ ਤਾਂ ਇਹਨਾਂ ਨੇ ਕਿਹਾ ਕਿ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਕਦੀ ਇਹ ਕਹਿਣ ਲੱਗ ਜਾਂਦੇ ਆ ਮਾਓਵਾਦੀਆਂ ਦਾ ਅੰਦੋਲਨ ਹੈ, ਕਦੀ ਇਹ ਕਹਿ ਦਿੰਦੇ ਆ ਕਿ ਇਹ ਕਮਿਊਨਿਸਟਾਂ ਦਾ ਅੰਦੋਲਨ ਹੈ, ਕਦੀ ਇਹ ਕਹਿਣ ਲੱਗ ਜਾਂਦੇ ਆ ਅਖੀਰ ਕਿ ਇਹ ਤਾਂ ਪੰਜਾਬ ਦਾ ਹੀ ਅੰਦੋਲਨ ਹੈ, ਕਦੀ ਇਹ ਬਣਾਉਣ ਲੱਗ ਜਾਂਦੇ ਆ ਸਿੱਖਾਂ ਦਾ ਹੀ ਅੰਦੋਲਨ ਹੈ। ਲੇਕਿਨ ਮੈਂ ਨਹੀਂ ਸਮਝਦਾ। ਉੱਥੇ ਤੁਸੀਂ ਜਾ ਕੇ ਦੇਖੋ ਅੱਜ ਜਿਹੜਾ ਜਨਰੂਪ ਅੰਦੋਲਨ ਨੇ ਲਿਆ ਔਰ 1.5 ਮਹੀਨਾ ਤਕਰੀਬਨ ਉੱਥੇ ਬੈਠੇ ਹੋ ਗਿਆ ਕਿਸਾਨਾਂ ਨੂੰ। 130 ਮੌਤਾਂ ਹੋਈਆਂ, 130 ਮੌਤਾਂ। ਔਰ 130 ਮੌਤਾਂ ਹੋਣ ਤੋਂ ਬਾਵਜੂਦ ਇੱਕ ਇਹੀ ਜੀ ਘਟਨਾ ਤੁਸੀਂ ਗਿਣਾ ਦਿਓ ਕਿ ਜਿਹੜੀ ਲੋਕਤੰਤਰ ਦੇ ਖਿਲਾਫ, ਉਹ ਲੋਕਾਂ ਦੇ ਖਿਲਾਫ, ਉਹ ਸਰਕਾਰ ਦੇ ਖਿਲਾਫ ਇੰਨਾ ਸ਼ਾਂਤੀਮਈ ਅੰਦੋਲਨ, ਐਡਾ ਵੱਡਾ ਅੰਦੋਲਨ ਅਸੀਂ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਨਹੀਂ ਦੇਖਿਆ। ਲੇਕਿਨ ਜੋ ਰੁਖ ਕੇਂਦਰ ਸਰਕਾਰ ਦਾ ਹੈ, ਜੋ ਮੋਦੀ ਸਰਕਾਰ ਦਾ ਰੁਖ ਹੈ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਰੁਖ ਇਹ ਹੈ ਕਿ ਉਹ ਸਾਡੀ ਗੱਲ ਸੁਣਨਾ ਚਾਹੁੰਦੇ ਆ, ਕਿਸਾਨਾਂ ਦੀ ਗੱਲ ਸੁਣਨਾ ਚਾਹੁੰਦੇ ਆ। ਇੱਕ ਰਾਜਨੀਤਿਕ ਪਾਰਟੀ, ਇੱਕ ਜੰਮੂ ਜੀ, ਬਲਵਿੰਦਰ ਜੀ, ਇੱਕ ਰਾਜਨੀਤਿਕ ਪਾਰਟੀ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਇੱਕ ਪਾਰਟੀ ਦਾ ਕਾਰਜਕਰਤਾ, ਇੱਕ ਪਾਰਟੀ ਦਾ ਜਿਹੜਾ ਲੀਡਰ ਹੈ, ਉਹ ਚਾਹੁੰਦਾ ਹੈ ਕਿ ਇਸ ਮਸਲੇ ਦਾ ਹੱਲ ਹੋਵੇ। ਇਹ ਜਿਹੜੇ ਕਾਨੂੰਨ ਹੈ ਤਿੰਨੋਂ ਵਾਪਸ ਲਏ ਜਾਣ, ਕਿਉਂਕਿ ਇਹ ਕਾਨੂੰਨ ਜਦ ਇੱਕ
ਜਿਸ ਬੰਦੇ ਦੇ ਵਾਸਤੇ, ਜਿਸ ਮਜ਼ਦੂਰ ਦੇ ਵਾਸਤੇ, ਜਿਸ ਕਿਸਾਨ ਦੇ ਵਾਸਤੇ ਇਹ ਜਿਹੜਾ ਕਾਨੂੰਨ ਬਣਾਏ ਗਏ ਨੇ, ਅਗਰ ਉਹੀ ਨਹੀਂ ਚਾਹੁੰਦਾ ਹੈ ਤਾਂ ਕਿਉਂ ਥੋਪਣਾ ਚਾਹੁੰਦੀ ਹੈ। ਇੱਕ ਪਾਸੇ ਗੱਲ ਕਰਦੇ ਆ, ਮੈਂ ਇਹਨਾਂ ਦੇ ਬੁਲਾਰੇ ਸੀਗੇ 2-3 ਸੁਣ ਰਿਹਾ ਸੀਗਾ ਬੈਠੇ ਹੋਏ ਬੀਜੇਪੀ ਦੇ, ਕਿ ਜੀ ਇਹ ਤਾਂ ਡੱਬਾ ਹੈ ਮਿਠਾਈ ਦਾ, ਇਹ ਖਾਲੀ ਕਰਤਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਫਰ ਕਰ ਦਿੱਤੀ ਹੈ, ਸੰਯੁਕਤ ਮੋਰਚੇ ਨੇ, ਜੋ ਤੁਸੀਂ ਭਰਨਾ ਉਹ ਭਰ ਲਓ। ਉਹ ਗੱਤੇ ਦੇ ਡੱਬੇ ਨੂੰ ਕਿਉਂ ਬਚਾਉਣਾ ਚਾਹੁੰਦੀ ਹੈ ਸਰਕਾਰ, ਕੇਂਦਰ ਦੀ ਸਰਕਾਰ? ਅਗਰ ਤੁਸੀਂ ਵਾਪਸ ਲੈਣੇ ਆ, ਤੁਸੀਂ ਵਾਪਸ ਲਓ, ਇੱਕ ਕਮੇਟੀ ਬਣਾਓ, ਸਾਰੇ ਨੁਮਾਇੰਦੇ, ਕਿਸਾਨ ਨੁਮਾਇੰਦੇ, ਆਰਥਿਕ ਸਲਾਹਕਾਰ, ਪੋਲੀਟੀਕਲ ਲੀਡਰ ਉਹਦੇ ਵਿੱਚ ਸ਼ਾਮਲ ਕਰੋ, ਇੱਕ ਨਵਾਂ ਸਾਂਚਾ ਤਿਆਰ ਕਰੋ, ਇੱਕ ਨਵਾਂ ਢਾਂਚਾ ਤਿਆਰ ਕਰਕੇ ਤੁਸੀਂ ਕਾਨੂੰਨ ਦੇ ਦਿਓ। ਲੇਕਿਨ ਉਹਨਾਂ ਦੀ ਨੀਅਤ ਹੀ ਨਹੀਂ ਹੈ। ਠਾਕੁਰ ਸਾਹਿਬ, ਇੱਕ ਗੱਲ ਮਤਲਬ ਪ੍ਰਧਾਨ ਮੰਤਰੀ ਵੈਸੇ ਤਾਂ ਅਕਸਰ ਮਨ ਦੀ ਬਾਤ ਕਰਦੇ ਰਹਿੰਦੇ ਆ, ਪਰ ਜਿਹੜੇ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਗਏ, 100-125 ਕਿਸਾਨ ਕਹੇ ਜਾਂਦੇ ਆ, ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕੋਈ ਟਿੱਪਣੀ ਨਹੀਂ ਕੀਤੀ ਵੀ ਇਹ ਵੀ ਸਾਡੇ ਦੇਸ਼ ਦੇ ਕਿਸਾਨ ਸੀਗੇ, ਇਹ ਵੀ ਸਾਡੇ ਦੇਸ਼ ਦਾ ਅੰਨਦਾਤਾ ਸੀਗਾ, ਜਿਹੜਾ ਬਰਫੀਲੀਆਂ ਹਵਾਵਾਂ ਜਿਹੜੀਆਂ, ਜਿੰਨੀ ਠੰਡ ਕੜਾਕੇ ਦੀ ਐਰਕੀ ਪਈ ਹੈ, ਉਹਦੇ ਵਿੱਚ ਕੁਝ ਦਿਲ ਦੇ ਅਟੈਕ ਹੋਣ ਕਰਕੇ, ਕੁਝ ਹੋਰ ਸਮੱਸਿਆ, ਠੰਡ ਲੱਗਣ ਕਰਕੇ ਦਮ ਤੋੜ ਗਏ, ਉਹਨਾਂ ਬਾਰੇ ਕਦੇ ਕੁਝ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ। ਕਾਨੂੰਨ ਵਾਲੀ ਗੱਲ ਤਾਂ ਅਗਲੀ ਹੈ ਨਾ। ਬਲਬੀਰ ਜੀ, ਬਲਵਿੰਦਰ ਜੀ, ਤੁਸੀਂ ਇਹ ਦੇਖਿਆ ਹੈ ਕਿ ਜਦੋਂ ਇਹ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਮੋਦੀ ਸਾਹਿਬ, ਉਸ ਟਾਈਮ ਜਿਹੜੇ ਇਹਨਾਂ ਨੇ ਉੱਥੇ ਲੋਕਾਂ ਦੇ ਅੰਦਰ ਫਰਕ ਪਾ ਕੇ ਕਤਲੇਆਮ ਕੀਤੇ ਹੈ, ਉਹ ਕੋਈ ਭੁੱਲਿਆ ਨਹੀਂ ਹੈ। ਤੁਸੀਂ ਸੰਜੀਦਗੀ ਦੀ, ਤੁਸੀਂ ਹਮਾਇਤ ਦੀ ਕਿਸ ਆਦਮੀ ਤੋਂ ਉਮੀਦ ਕਰ ਸਕਦੇ ਹੋ? ਉਹ ਲੋਕ ਜਿਨ੍ਹਾਂ ਨੇ ਹਿੰਦੂ ਮੁਸਲਮਾਨਾਂ ਦੇ ਦੰਗੇ ਕਰਾ ਕੇ ਹਜ਼ਾਰਾਂ ਲੋਕ ਟ੍ਰੇਨਾਂ ਫੂਕੀਆਂ, ਅੱਜ ਅਸੀਂ ਭੁੱਲ ਨਹੀਂ ਸਕਦੇ। ਜਿਹੜੇ ਤੜੀ ਪਾਰ ਲੋਕ ਇਹਨਾਂ ਦੇ ਅੱਜ ਹੋਮ ਮਿਨਿਸਟਰ ਬਣੇ ਹੋਏ ਨੇ, ਜਿਨ੍ਹਾਂ ਨੂੰ ਤੜੀ ਪਾਰ ਕਿਹਾ ਜਾਂਦਾ ਸੀ ਗੁਜਰਾਤ ਦੇ ਅੰਦਰ, ਤੁਸੀਂ ਉਹਨਾਂ ਲੋਕਾਂ ਤੋਂ ਤੁਸੀਂ ਇਨਸਾਨੀਅਤ ਦੀ ਉਮੀਦ ਕਰ ਸਕਦੇ ਹੋ? ਮੈਂ ਬਿਲਕੁਲ ਨਹੀਂ ਕਰਦਾ। ਮੈਂ ਇਹਨਾਂ ਲੋਕਾਂ ਤੋਂ ਬੇਸ਼ਰਮੀ ਦੀ ਉਮੀਦ ਕਰਦਾ। ਇਹ ਉਹੀ ਲੋਕ ਨੇ, ਇੱਕ ਐਕਟਰ ਬੰਬੇ ਦੇ ਅੰਦਰ ਮਰ ਜਾਂਦਾ ਹੈ, ਬਿਹਾਰ ਦੀ ਸਰਕਾਰ ਇਨਕੁਆਰੀਆਂ ਬਣਾ ਕੇ ਆਪਣੀ ਟੀਮਾਂ ਉੱਥੇ ਭੇਜਦੀ ਹੈ, 130 ਬੰਦਾ ਮਰ ਗਿਆ, ਉਹਨੂੰ ਵੀ ਛੱਡੋ। ਅੱਜ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬੀਜੇਪੀ ਦੇ ਲੋਕਾਂ ਨੂੰ? ਬੱਚੇ ਛੋਟੇ ਛੋਟੇ, ਮੇਰੀਆਂ ਬੀਬੀਆਂ, ਭੈਣਾਂ, ਅੱਜ ਅਸੀਂ ਲੋਕ ਕਮਰਿਆਂ ਦੇ ਅੰਦਰ, ਏਸੀ ਕਮਰਿਆਂ ਦੇ ਅੰਦਰ ਬੈਠ ਕੇ ਵੀ ਸਾਨੂੰ ਠੰਡ ਲੱਗਦੀ, ਉਹ ਟਰਾਲੀਆਂ ਦੇ ਉੱਤੇ ਤਰਪਾਲਾਂ ਪਾ ਕੇ ਉਹ ਠੰਡ ਦੇ ਵਿੱਚ ਪਏ ਨੇ। ਔਰ ਸਭ ਤੋਂ ਵੱਡਾ ਕਾਰਨ ਠੰਡ ਹੈ ਉੱਥੇ ਮਰਨੇ ਦਾ। ਜਿਹੜੇ ਹਾਰਟ ਅਟੈਕ ਵੀ ਹੋ ਰਹੇ ਹੈ, ਦੇਖੋ 34 ਸਾਲ ਦਾ ਇੱਕ ਮੇਰਾ ਸਾਥੀ ਅੱਜ ਫੇਰ ਸ਼ਾਮ ਨੂੰ, ਹੁਣੀ ਥੋੜ੍ਹੀ ਦੇਰ ਪਹਿਲਾਂ ਖਬਰ ਰਹੀ ਹੈ ਕਿ ਉਹ ਚਲਾਣਾ ਕਰ ਗਿਆ। ਤਾਂ 34 ਸਾਲ ਦੇ ਉਮਰ ਨੂੰ ਕੀ ਬਿਮਾਰੀ ਥੜਾ, ਹੱਟਾ ਕੱਟਾ ਬੰਦਾ ਕਿਸੇ, ਲੇਕਿਨ ਉੱਥੇ ਦੇ ਜਿਹੜੇ ਹਾਲਾਤ ਹੈ, ਸਰਕਮਸਟਾਂਸਿਸ ਹੈ, ਉਸ ਹਾਲਾਤਾਂ ਦੇ ਅੰਦਰ ਰਹਿ ਕੇ ਇਹ ਮੌਤਾਂ ਹੋ ਰਹੀਆਂ। ਔਰ ਮੈਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਅੱਜ ਦੀ ਘੜੀ ਹੈ, ਦੇਖੋ ਪ੍ਰਧਾਨ ਮੰਤਰੀ ਸਾਂਝਾ ਹੁੰਦਾ, ਲੇਕਿਨ ਇਹ ਅੱਜ ਨਜ਼ਰ ਨਹੀਂ ਆ ਰਿਹਾ ਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਇਹ ਵਿਅਕਤੀ ਵਿਸ਼ੇਸ਼ ਜਿਹੜਾ ਗੱਲ ਕਰਦਾ ਹੈ, ਇਹ ਵਿਸ਼ੇਸ਼ ਵਰਗ ਦਾ ਪ੍ਰਧਾਨ ਮੰਤਰੀ ਬਣਨੇ ਦੀ ਕੋਸ਼ਿਸ਼ ਕਰ ਰਿਹਾ, ਔਰ ਅੱਜ ਇਸ ਅੰਦੋਲਨ ਨੂੰ ਵੀ ਇਹ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਮੈਨੂੰ ਦੱਸੋ, ਇਹ ਇਹਨਾਂ ਦੇ ਬੀਜੇਪੀ ਦੇ ਜਿਹੜੇ ਘੱਟੋ ਘੱਟ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਬੀਜੇਪੀ ਦੇ ਉਹ ਲੀਡਰਾਂ ਨੂੰ। ਤੁਸੀਂ ਪੰਜਾਬੀ ਲੋਕ ਹੋ, ਪੰਜਾਬੀਅਤ ਤੁਹਾਡੇ ਦਿਲ ਦੇ ਅੰਦਰ ਵੱਸਦੀ ਹੈ। ਮੈਂ ਇਕਬਾਲ ਸਿੰਘ ਜੀ, ਇੱਕ ਇਹਨਾਂ ਦੇ ਸਪੋਕਸਮੈਨ ਨੇ, ਉਹਨਾਂ ਦਾ ਇੱਕ ਦਿਨ ਸੁਣ ਰਿਹਾ ਸੀਗਾ ਵਿਚਾਰ, ਉਹ ਜਦ ਕਹਿੰਦੇ ਜੀ ਰਾਇਸੈਨਾ ਰੋਡ ਤੇ ਯੂਥ ਕਾਂਗਰਸ ਨੇ ਕਿਸਾਨਾਂ ਦੇ ਲਈ ਲੰਗਰ ਲਾਇਆ ਹੈ। ਸ਼ਰਮ ਆਉਣੀ ਚਾਹੀਦੀ ਹੈ ਜੇ ਲੋਕਾਂ ਨੂੰ। ਲੰਗਰ ਦੀ ਪ੍ਰਥਾ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਬਾਬੇ ਨਾਨਕ ਨੇ ਕਿਹਾ ਸੀ ਕਿ ਲੰਗਰ ਲਾਓ। ਲੰਗਰ ਦੇ ਬਾਰੇ ਤਾਂ ਉੱਥੇ ਬੀਬੀਆਂ ਨੂੰ ਕਿਸੇ ਨੇ ਪੁੱਛਿਆ ਵੀ ਇਹ ਲੰਗਰ ਕਦੋਂ ਤੱਕ ਜਾਰੀ ਰਹੇਗਾ, ਉਹ ਕਹਿੰਦੀਆਂ 550 ਸਾਲ ਤੋਂ ਚੱਲਦਾ ਆ ਰਿਹਾ, ਅੱਗੇ ਪਤਾ ਨਹੀਂ ਕਿੰਨਾ ਚਿਰ ਜਾਰੀ ਰਹੇਗਾ, ਅੱਗੇ ਪਤਾ ਨਹੀਂ ਕਿੰਨਾ। ਨਹੀਂ, ਇਹ ਇਹਨਾਂ ਨੂੰ ਅੱਜ ਤੱਕ, ਜਦ ਲੋਕਡਾਊਨ ਲੱਗਿਆ ਹੈ, ਲੋਕਡਾਊਨ ਦੇ ਦੌਰਾਨ ਪੰਜਾਬੀਆਂ ਨੇ ਸਾਊਥ ਦੇ ਅੰਦਰ ਜਾ ਕੇ ਲੰਗਰ ਲਾਏ ਹੈ। ਉਸ ਟਾਈਮ ਇਹਨਾਂ ਨੂੰ ਯਾਦ ਨਹੀਂ ਆਇਆ ਕਿ ਪੈਸਾ ਕਿੱਥੋਂ ਆਇਆ? ਜਦ ਪੂਰਾ ਯੂਪੀ, ਬਿਹਾਰ, ਪੰਜਾਬ ਦੇ ਅੰਦਰ ਬੈਠਿਆ ਸੀ, ਅਸੀਂ 1.5 ਮਹੀਨਾ ਬੈਠ ਕੇ ਪੰਜਾਬ ਦੇ ਲੋਕਾਂ ਨੇ ਰੋਟੀਆਂ ਖਿਲਾਈਆਂ, ਜਦੋਂ ਇਹਨਾਂ ਨੂੰ ਯਾਦ ਨਹੀਂ ਆਇਆ ਵੀ ਪੈਸਾ ਕਿੱਥੋਂ ਆ ਰਿਹਾ? ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਮੈਂ ਕੋਈ ਹਿਮਾਇਤੀ ਨਹੀਂ ਹੈਗਾ ਦੀਪ ਸਿੱਧੂ ਦਾ, ਉਹ ਜਿਹੀ ਜਿਹੀਆਂ ਗੱਲਾਂ ਕਰਦਾ, ਉਹਨੂੰ ਆਪਣੇ ਹਿਸਾਬ ਨਾਲ ਉਹਦੀ ਜੋ ਕਾਨੂੰਨੀ ਕਾਰਵਾਈ ਹੋਣੀ ਵੀ ਚਾਹੀਦੀ ਹੈ। ਲੇਕਿਨ ਜਦੋਂ ਤੱਕ ਉਹ ਸੰਨੀ ਦਿਓਲ ਦੇ ਨਾਲ ਰਿਹਾ, ਕਿਆ NIA ਨੂੰ ਯਾਦ ਨਹੀਂ ਆਇਆ? ਅੱਜ ਉਹ ਕਿਸਾਨਾਂ ਦੇ ਨਾਲ ਜਾ ਕੇ ਖੜਾ ਹੋ ਗਿਆ ਤਾਂ ਉਹਨੂੰ NIA ਦੇ ਉਹ, ਤੇ ਆਮ ਕਿਸਾਨ ਐਡੀ ਜਿਹੜੀ ਸੰਵਿਧਾਨਿਕ ਸੰਸਥਾਵਾਂ ਸਾਡੀਆਂ ਹੈਗੀਆਂ ਸੰਵਿਧਾਨਿਕ, ਐਡੀਆਂ ਗਿਰ ਗਈਆਂ ਕਿ NIA ਨੂੰ ਇੱਕ ਆਮ ਕਿਸਾਨਾਂ ਦੇ ਉੱਤੇ ਇਨਕੁਆਰੀਆਂ ਭੇਜਣੀਆਂ ਪੈ ਰਹੀਆਂ। ਸ਼ਰਮ ਵਾਲੀ ਗੱਲ ਹੈ। ਅੱਧੀ ਰਾਤ ਨੂੰ CBI ਦਾ ਚੀਫ ਚੇਂਜ ਹੁੰਦਾ ਹੈ, ਚੀਫ ਜਸਟਿਸ ਪ੍ਰੈਸ ਕਾਨਫਰੰਸ ਕਰਕੇ ਰੋਂਦਾ ਹੋਇਆ ਜਾਂਦਾ ਹੈ। ਔਰ
ਆਰਬੀਆਈ ਦਾ ਗਵਰਨਰ ਜਿਹੜਾ ਕਹਿੰਦਾ ਸੀ ਨੋਟਬੰਦੀ ਨਾ ਲਾਗੂ ਕਰੋ, ਨੋਟਬੰਦੀ ਨਾ ਲਾਗੂ ਕਰੋ, ਉਹਨੂੰ ਛੁੱਟੀ ਹੋਣੀ ਪੈਂਦੀ ਹੈ। ਇਹ ਦੇਸ਼ ਦੇ ਅੰਦਰ ਰਹਿ ਕੇ ਗਿਆ। ਤੁਸੀਂ ਕੀ ਸਮਝਦੇ ਹੋ ਅੱਜ ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਤੇ ਇੱਕ ਆਮ ਆਦਮੀ ਦਾ ਵਿਸ਼ਵਾਸ ਰਹਿ ਗਿਆ? ਮੈਨੂੰ ਨਹੀਂ ਲੱਗਦਾ। ਮੈਂ ਲੋਕਾਂ ਦੇ ਵਿੱਚ ਜਾਂਦਾ, ਲੋਕਾਂ ਦੀ ਗੱਲਾਂ ਸੁਣਦਾ, ਲੋਕਾਂ ਨੂੰ ਅੱਜ ਕੋਰਟਾਂ ਤੇ ਵੀ ਵਿਸ਼ਵਾਸ ਨਹੀਂ ਗਿਆ। ਔਰ ਪਹਿਲੀ ਵਾਰ ਹੋਇਆ ਹੈ ਕਿ ਆਪਣੇ ਹੀ ਮੁੱਦੇ ਤੇ, ਆਪਣੇ ਹੀ ਆਰਡੀਨੈਂਸ ਤੇ ਸਰਕਾਰਾਂ ਖੁਦ ਸੁਪਰੀਮ ਕੋਰਟ 'ਚ ਜਾ ਰਹੀਆਂ। ਜਿਹੜੀ ਕਿਸਾਨੀ ਹੈ, ਕਿਸਾਨ ਹੈ, ਉਹ ਪਾਰਟੀ ਬਣ ਕੇ ਉੱਥੇ ਜਾਣਾ ਨਹੀਂ ਚਾਹੁੰਦੇ। ਆਪਣੇ ਪਾਸ ਹੋਏ ਕਾਨੂੰਨਾਂ ਦੇ ਵਾਸਤੇ ਸਰਕਾਰ ਸੁਪਰੀਮ ਕੋਰਟ 'ਚ ਜਾ ਰਹੀ ਹੈ। ਦਿੱਲੀ ਪੁਲਿਸ ਸੁਪਰੀਮ ਕੋਰਟ 'ਚ ਜਾ ਰਹੀ ਹੈ ਕਿ ਕਿਸਾਨ ਰੈਲੀ ਨਾ ਹੋਵੇ 26 ਤਰੀਕ ਨੂੰ। ਮੈਂ ਸਮਝਦਾ ਇੱਕ ਸਰਕਾਰ ਦੀ ਜਿਹੜੀ ਨਾਕਾਮੀ ਹੈ, ਸਰਕਾਰ ਸਮਝ ਚੁੱਕੀ ਹੈ, ਲੇਕਿਨ ਸਰਕਾਰ ਦੇ ਇੱਕ ਸਿਰਫ ਅੜੀਅਲ ਰਵੱਈਆ ਹੈ ਜਿਹੜਾ ਹੇਠੀ ਆਪਣੀ ਹੁੰਦੀ ਹੈ ਉਹਨਾਂ ਦੀ, ਉਸ ਕਰਕੇ ਉਹ ਇਹ ਕਾਨੂੰਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ। ਇੱਕੋ ਗੱਲ ਕਹਿੰਦੇ ਆ ਵੀ ਕਾਨੂੰਨ ਵਾਪਸ ਲੈਣੇ ਦਾ ਨਾ ਮਤਲਬ ਜੋ ਬਾਕੀ ਹੈ ਉਹ ਚੇਂਜ ਕਰ ਲਓ। ਵੀ ਕੀ ਫਰਕ ਪੈਂਦਾ ਤੁਹਾਨੂੰ ਜਦ ਤੁਸੀਂ ਸਭ ਚੀਜ਼ ਵਾਪਸ ਲੈਣੀ ਹੈ? MSP ਤੇ ਨਵਾਂ ਕਾਨੂੰਨ ਲਿਆ ਕੇ ਇਹਨੂੰ ਪਾਸੇ ਕਰੋ। ਔਰ ਦੂਜੀ ਗੱਲ, ਇਹ ਇਸ਼ੂ ਤੁਸੀਂ ਬਣਾ ਤਿਆ, ਵੈਸੇ ਤਾਂ ਇਹ ਇਸ਼ੂ ਸਟੇਟ ਸਬਜੈਕਟ ਸੀਗਾ, ਤੁਸੀਂ ਕਿਉਂ ਇਹਦੇ ਅੰਦਰ ਇੰਟਰਫੇਰੈਂਸ ਕੀਤਾ? ਔਰ ਤੁਸੀਂ ਇੱਕ ਝੂਠ ਬੋਲੀ ਜਾਂਦੇ ਹੋ ਅਸੀਂ ਪੈਸਾ ਦਿੰਦੇ ਹਾਂ ਜੀ ਰਾਜ ਦੀ ਸਰਕਾਰਾਂ ਨੂੰ ਖਰੀਦਣੇ ਵਾਸਤੇ। ਤੁਸੀਂ ਪੈਸਾ ਨਹੀਂ ਦਿੰਦੇ, ਤੁਸੀਂ ਇੱਕ ਲਿਮਟ ਦਿੰਦੇ ਹੋ। ਜਦ ਤੁਹਾਡੇ ਕੋਲ ਸਮਾਨ ਚਲੇ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਪੈਸਾ ਉਹ ਰਿਲੀਜ਼ ਕਰਦੇ ਹੋ। ਇੱਕ ਲਿਮਟ ਹੁੰਦੀ ਹੈ ਤੁਹਾਡੀ, ਉਹ ਬੈਂਕਾਂ ਤੋਂ ਵੀ ਲੈ ਸਕਦੇ ਆ। ਲੇਕਿਨ ਗੱਲ ਇਹ ਹੈ ਫੈਡਰਲ ਸਿਸਟਮ ਨੂੰ ਬਚਾਉਣੇ ਦੇ ਵਾਸਤੇ ਜਦ ਤੁਸੀਂ ਇੱਕ ਸੈਂਟਰਲਾਈਜ਼ ਪਾਵਰ ਕਰ ਦਿੱਤੀ ਹੋਈ ਹੈ, ਅਗਰ ਤੁਸੀਂ ਸਾਰੀ ਚੀਜ਼ ਪਰਚੇਜ਼ਿੰਗ ਆਪਣੇ ਹੱਥ ਰੱਖਣਾ ਚਾਹੁੰਦੇ ਆ ਤਾਂ ਤੁਹਾਨੂੰ ਜਿਹੜੇ ਸੂਬਿਆਂ ਦੇ ਅਧਿਕਾਰ ਹੈ ਉਹ ਦੇਣੇ ਪੈਣੇ ਹੈ। ਔਰ ਪੰਜਾਬ ਹਰਿਆਣਾ ਦੇ ਅੰਦਰ ਇਸ ਗੱਲ ਦੀ ਅਵੇਅਰਨੈਸ ਹੈ। ਇਸ ਲਈ ਇਸ ਅੰਦੋਲਨ ਦੇ ਅੰਦਰ ਸਭ ਤੋਂ ਪਹਿਲੇ ਇੱਥੇ ਦੇ ਲੋਕਾਂ ਦੀ ਸ਼ਮੂਲੀਅਤ ਰਹੀ ਹੈ। ਹੌਲੀ ਹੌਲੀ ਕਰਕੇ ਪੂਰੇ ਹਿੰਦੁਸਤਾਨ ਦੇ ਲੋਕ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਆ। ਅਵੇਅਰਨੈਸ ਆ ਰਹੀ ਹੈ ਲੋਕਾਂ 'ਚ। ਠਾਕਰ ਸਾਹਿਬ, ਇੱਕ ਅੱਜ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੈ, ਜਿਹੜੀ ਦਿੱਲੀ ਪੁਲਿਸ ਗਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਰੈਲੀ ਦੀ ਆਗਿਆ ਨਾ ਦਿਓ। ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਇਹ ਆਗਿਆ ਦੇਣੀ ਨਾ ਦੇਣੀ ਇਹ ਦਿੱਲੀ ਪੁਲਿਸ ਦਾ ਮਾਮਲਾ ਹੈਗਾ, ਦਿੱਲੀ ਪੁਲਿਸ ਇਹਦੇ ਬਾਰੇ ਫੈਸਲਾ ਕਰੇ, ਸਾਨੂੰ ਕਿਉਂ ਇਸ ਮਾਮਲੇ 'ਚ ਘਸੀਟਦੇ ਹੋ, ਸਾਡਾ ਕੀ ਇਹਦੇ 'ਚ ਰੋਲ ਹੈ? ਇਹਦੇ ਬਾਰੇ ਤੁਸੀਂ ਕਹਿਣਾ। ਗੱਲ ਤਾਂ ਇਹ ਹੈ ਕਿ ਇਹ ਉਹੀ ਗੱਲ ਹੋ ਗਈ ਕਿ ਕਿਆ ਮਾਨਯੋਗ ਅਦਾਲਤਾਂ ਦੀ ਸਾਡੀ ਕ੍ਰੈਡੀਬਿਲਿਟੀ ਲੋਕਾਂ ਦੇ ਅੰਦਰ ਰਹਿ ਗਈ ਹੈ? ਅੱਜ ਛੋਟਾ ਜਿਹਾ ਮਸਲਾ ਹੁੰਦਾ ਹੈ, ਅਸੀਂ ਲੋਕ ਦੁਬਾਰਾ ਸੁਪਰੀਮ ਕੋਰਟ ਦੇ ਅੰਦਰ ਪਹੁੰਚ ਜਾਂਦੇ ਹਾਂ। ਛੋਟੀ ਜਿਹੀ ਗੱਲ ਹੁੰਦੀ ਹੈ, ਸੁਪਰੀਮ ਕੋਰਟ ਤੇ ਪਹੁੰਚ ਜਾਂਦੇ ਹਾਂ। ਮੈਂ ਸਮਝਦਾ ਹਾਂ ਇਹ ਵੀ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਜਿਹੜੀ ਦਿੱਲੀ ਪੁਲਿਸ ਹੈ ਉਹ ਦਿੱਲੀ ਪੁਲਿਸ ਜੋ ਹੈ ਡਾਇਰੈਕਟਲੀ ਦਿੱਲੀ ਸਰਕਾਰ ਦੇ ਨਾ ਹੋ ਕੇ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਸਿੱਧੀ ਗ੍ਰਹਿ ਮੰਤਰੀ ਦੇ ਹੇਠਾਂ ਕੰਮ ਕਰਦੀ ਹੈ। ਔਰ ਇਹ ਜਿਹੜੀ 26 ਤਰੀਕ ਦੀ ਕਿਸਾਨ ਪਰੇਡ ਰੈਲੀ, ਤਾਂ ਉਹਨਾਂ ਨੇ ਸ਼ਬਦ ਹੀ ਨਹੀਂ ਯੂਜ਼ ਕੀਤਾ, ਉਹਨਾਂ ਨੇ ਸ਼ਬਦ ਕੀਤਾ ਪਰੇਡ। ਪਰੇਡ ਦਾ ਮਤਲਬ ਹੁੰਦਾ ਡਿਸਿਪਲਿਨ। ਕਿਸਾਨ ਖੁਦ ਕਹਿ ਰਹੇ ਆ ਕਿ ਅਸੀਂ ਡਿਸਿਪਲਿਨ 'ਚ ਚਲਾਂਗੇ, ਸਾਡੇ 3000 ਵਲੰਟੀਅਰ ਉੱਥੇ ਟ੍ਰੈਫਿਕ ਨੂੰ ਕੰਟਰੋਲ ਕਰਾਂਗੇ, ਔਰ ਜਿਹੜਾ ਰਸਤਾ ਖਾਲੀ ਕਰਕੇ ਸਰਕਾਰ ਦੇਵੇਗੀ ਆਪਾਂ ਉਸ ਰਸਤੇ ਤੋਂ ਬਾਹਰ ਨਹੀਂ ਜਾਵਾਂਗੇ। ਇਸ ਤੋਂ ਵੱਡਾ ਸਬਕ ਨਹੀਂ ਹੋ ਸਕਦਾ ਸਰਕਾਰ ਦੇ ਵਾਸਤੇ। ਲੇਕਿਨ ਸਰਕਾਰ ਉਹ ਰੈਲੀ ਨੂੰ ਵੀ, ਉਹ ਪਰੇਡ ਨੂੰ ਵੀ ਰੋਕਣਾ ਚਾਹੁੰਦੀ ਹੈ। ਸਰਕਾਰ ਦੀ ਦਮਨਕਾਰੀ ਨੀਤੀ ਹੈ ਇਹ। ਹਿੰਦੁਸਤਾਨ ਦੇ ਅੰਦਰ ਅਨਡਿਕਲੇਅਰਡ ਜਿਹੜੀ ਹੈ ਤਾਨਾਸ਼ਾਹੀ ਚੱਲ ਰਹੀ ਹੈ। ਦੋ ਬੰਦਿਆਂ ਦੀ ਸਰਕਾਰ ਹੈ, ਤੀਜੇ ਬੰਦੇ ਨੂੰ ਪੁੱਛਿਆ ਨਹੀਂ ਜਾਂਦਾ। ਸਿਰਫ ਇਹਨਾਂ ਦਾ ਮਕਸਦ ਇੱਕੋ ਹੈ ਕਿ ਧਨ ਦੇ ਨਾਲ, ਬਲ ਦੇ ਨਾਲ ਜਾਂ ਜਿਸ ਤਰ੍ਹਾਂ ਮਰਜ਼ੀ ਦਮਨਕਾਰੀਆਂ ਨੀਤੀ ਹੋਣ, ਅਸੀਂ ਸਰਕਾਰ ਬਚਾ ਕੇ ਰੱਖਣੀ ਹੈ। ਸਰਕਾਰਾਂ ਹਿੰਦੁਸਤਾਨ ਦੇ ਅੰਦਰ ਪਿਛਲੇ 70 ਸਾਲ ਤੋਂ ਰਹੀਆਂ, ਪਰ ਕਦੇ ਤੁਸੀਂ ਦੇਖਿਆ ਅੰਦੋਲਨ ਹੋਏ ਨੇ? ਅੰਨਾ ਜੀ ਨੇ ਅੰਦੋਲਨ ਕਰਿਆ, ਅੰਦੋਲਨ ਹੋਇਆ ਬਾਬਾ ਰਾਮਦੇਵ ਨੇ ਕਰਿਆ। ਕਿਆ ਇਹ ਦਮਨਕਾਰੀਆਂ ਨੀਤੀਆਂ ਸੀਗੀਆਂ? ਇੱਕ ਮਾੜੀ ਜੀ ਇੱਕ ਦਿਨ ਰਾਮਦੇਵ ਦੇ ਜਿਹੜਾ ਰਾਮਲੀਲਾ ਗਰਾਊਂਡ ਦੇ ਅੰਦਰ ਸੀ, ਉੱਥੇ ਥੋੜੀ ਜੀ ਪੁਲਿਸ ਨੇ ਸਖਤੀ ਕੀਤੀ ਸੀਗੀ ਤਾਂ ਉਸ ਦੇ ਉੱਤੇ ਬੀਜੇਪੀ ਨੇ ਕਿੰਨਾ ਬਵਾਲ ਮਚਾਇਆ ਸੀਗਾ। ਤਾਂ ਮੈਂ ਸਮਝਦਾ ਕਿਸਾਨ ਅੰਦੋਲਨ ਵੋਟ ਕਲੱਬ ਤੇ 3 ਮਹੀਨੇ ਬੈਠੇ ਰਹੇ ਬਾਬਾ ਟਕੈਤ। 3 ਮਹੀਨੇ ਵੋਟ ਕਲੱਬ ਤੇ ਦਿੱਲੀ ਤੇ ਥਾਂ ਨਹੀਂ ਸੀਗੀ, 10 ਲੱਖ ਲੋਕ ਸੀਗੇ, ਲੇਕਿਨ ਕੋਈ ਗੜਬੜੀ ਨਹੀਂ ਹੋਈ। ਅੰਦੋਲਨ ਪਹਿਲਾਂ ਵੀ ਹੋਏ ਆ, ਜਿਹੜਾ ਪਿਛਲਾ ਅੰਦੋਲਨ ਹੈ ਸਰਕਾਰਾਂ ਮੰਨਦੀਆਂ ਸੀਗੀਆਂ। 2012 ਦੇ ਅੰਦਰ ਵੀ ਜਦ ਕਿਸਾਨਾਂ ਦਾ ਮੁੱਦਾ ਦੁਆਰਾ ਉਠਿਆ ਤਾਂ ਉਸ ਸਮੇਂ ਤੁਸੀਂ ਦੇਖੋ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਖੁਦ ਕਿਸਾਨਾਂ ਨੂੰ ਆਪਣੇ ਘਰ ਬੁਲਾ ਕੇ ਉਸੇ ਸਮੇਂ ਉਹਨਾਂ ਦਾ ਨਿਪਟਾਰਾ ਕਰਕੇ ਦਿੱਤਾ। ਲੇਕਿਨ ਅੱਜ ਇਹ ਸਰਕਾਰ ਹੈ, ਇਹ ਨਾ ਤਾਂ ਲੋਕ ਹਿਮਾਇਤੀ ਸਰਕਾਰ ਹੈ, ਸਿਰਫ ਇਹ ਜਿਹੜੀਆਂ ਕਾਰਪੋਰੇਟਸ ਦੀ ਸਰਕਾਰ ਹੈ, ਕਾਰਪੋਰੇਟਸ ਨੂੰ ਫਾਇਦਾ ਦੇਣ ਦੇ ਲਈ ਹੈ। ਅੱਜ ਮੈਂ ਇੱਕ ਗੱਲ ਹਮੇਸ਼ਾ ਇੱਕ ਹੋਰ ਵੀ ਮੰਗਦਾ ਹੁੰਦਾ ਕਿ ਕਿਆ ਅੰਬਾਨੀ, ਰਿਲਾਇੰਸ
ਜਦੋਂ ਵੀ ਬੀਜੇਪੀ ਸਰਕਾਰ ਆਂਦੀ ਹੈ, ਜਦ ਇਹਨਾਂ ਦੀ ਲਾਟਰੀ ਕੀ, ਪਹਿਲੇ ਰਿਲਾਇੰਸ ਕਮਿਊਨੀਕੇਸ਼ਨ ਆਇਆ, ਤੁਸੀਂ ਯਾਦ ਹੋਏਗਾ ਵਾਜਪੇਈ ਸਰਕਾਰ ਦੇ ਸਮੇਂ ਘਰ ਘਰ ਰਿਲਾਇੰਸ ਦਾ ਹੀ ਫੋਨ ਹੋ ਗਿਆ, ਸਭ ਕੁਝ। ਅੱਜ ਪੰਪ ਬੰਦ ਪਏ ਸੀਗੇ ਰਿਲਾਇੰਸ ਦੇ, ਫੇਰ ਦੁਬਾਰਾ ਖੁੱਲ੍ਹ ਗਏ। ਅੱਜ ਜਿਹੜਾ ਪੈਟਰੋਲੀਅਮ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋ ਰਿਹਾ ਹੈ? ਰਿਲਾਇੰਸ ਨੂੰ। ਜਦ ਆਪਾਂ 1 ਰੁਪਏ ਰੇਟ ਵਧਾਉਂਦੇ ਆ ਬਲਵਿੰਦਰ ਜੀ, 1 ਰੁਪਏ ਰੇਟ ਵਧਾਉਂਦੇ ਆ ਤਾਂ 18 ਲੱਖ ਕਰੋੜ ਦਾ ਫਾਇਦਾ ਹੁੰਦਾ ਹੈ ਪੈਟਰੋਲੀਅਮ ਦੇ ਅੰਦਰ, 1 ਰੁਪਿਆ ਰੇਟ ਵਧਾਣੇ ਦੇ ਅੰਦਰ। ਔਰ ਪਿਛਲੇ ਸਮੇਂ ਦੇ ਅੰਦਰ ਤੁਸੀਂ ਹਿਸਾਬ ਲਾ ਲਓ, ਵਾਰ-ਵਾਰ ਕੀਮਤਾਂ ਵਧੀਆਂ 30 ਤੋਂ 40 ਰੁਪਏ ਦਾ ਫਰਕ ਪਿਆ ਹੋਇਆ। ਉਹ ਜਿਹੜਾ ਫਾਇਦਾ ਹੈ, ਉਹ ਘੁਟਾਲਾ ਹੈ, ਉਹ ਕਿੱਥੇ ਜਾਂਦਾ ਹੈ? ਫਿਰ ਉਸ ਤੋਂ ਬਾਅਦ ਜਦ ਅਸੀਂ ਦੂਸਰੇ ਕੰਟਰੀਜ਼ ਨੂੰ, ਛੋਟੇ ਮੁਲਕਾਂ ਨੂੰ, ਆਪਣੇ ਆਂਢੀ ਗੁਆਂਢੀਆਂ ਨੂੰ ਤੇਲ ਦਿੰਦੇ ਹਾਂ ਤਾਂ ਉੱਥੇ ਅਸੀਂ 28 ਰੁਪਏ ਦਿੰਦੇ ਹਾਂ। ਇਹ ਜਿਹੜੀ ਇਕਨੋਮਿਕਸ ਹੈ ਮੇਰੇ ਸਮਝ 'ਚ ਨਹੀਂ ਆਈ ਹੈ। ਦੂਜੀ ਇਕਨੋਮਿਕਸ ਮੇਰੇ ਕਿਸਾਨਾਂ ਦੀ ਇਹ ਨਹੀਂ ਸਮਝ ਆਈ ਹੈ ਕਿ ਇਹ ਕਹਿੰਦੇ ਆ ਕਿ ਇਹ ਕਾਨੂੰਨ ਲਾਗੂ ਹੋਣੇ ਦੇ ਨਾਲ 2022 ਦੇ ਅੰਦਰ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ। ਉਹ ਕਿਸ ਤਰ੍ਹਾਂ ਹੋ ਜਾਏਗੀ? ਇਹ ਮੇਰੇ ਅੱਜ ਤੱਕ ਤੁਸੀਂ ਵੀ ਉਹਦੇ 'ਚ ਤਾਂ ਸਾਲ ਰਹਿ ਗਿਆ ਤਾਂ ਕਿਵੇਂ ਹੋਏਗੀ? ਉਹ ਤਾਂ ਸਾਨੂੰ ਤਾਂ ਆਪ ਨਹੀਂ ਸਮਝ ਪਈ। ਸੀਨੀਅਰ ਪੱਤਰਕਾਰ ਉਹ ਕਿਹੜੇ ਇਕਨੋਮਿਸਟ ਇਹਨਾਂ ਕੋਲ ਬੈਠੇ ਆ ਜਿਹੜੇ ਇਹਨਾਂ ਨੂੰ ਸਲਾਹ ਦਿੰਦੇ ਆ ਕਿ ਤੁਹਾਡੀ ਆਮਦਨ ਦੁੱਗਣੀ? ਇਹਨਾਂ ਕੋਲ ਤਾਂ ਉਹ ਹੈ, ਤੁਸੀਂ ਯਾਦ ਹੋਣਾ 2 ਸਾਲ ਪਹਿਲੇ ਮੋਦੀ ਜੀ ਨੇ ਕਿਸਾਨਾਂ ਦੇ ਨਾਲ ਡਾਇਰੈਕਟ ਰਾਬਤਾ ਕੀਤਾ ਸੀ ਰਾਹੀਂ ਟੀਵੀ ਇੰਟਰਨੈਟ ਦੇ। ਤਾਂ ਉੱਥੇ ਇੱਕ ਮੱਧ ਪ੍ਰਦੇਸ਼ ਦੀ ਕਿਸਾਨ ਸੀ, ਛੱਤੀਸਗੜ੍ਹ ਦੀ, ਉਹ ਕਹਿੰਦੇ ਤੁਹਾਡੀ ਕਿੰਨੀ ਆਮਦਨੀ, ਸਾਲ 'ਚ ਤੁਹਾਨੂੰ 3 ਗੁਣਾ ਹੋਗੀ। ਉਸ ਤੋਂ ਬਾਅਦ ਪ੍ਰਸੁੰਨ ਵਾਜਪੇਈ ਜੀ ਨੇ ਉਸ ਬੀਬੀ ਦਾ ਇੰਟਰਵਿਊ ਕੀਤਾ ਸੀ ਤਾਂ ਉਹਨੇ ਸਾਰਾ ਖੁਲਾਸਾ ਕਰਿਆ ਜੀ ਮੈਨੂੰ ਤਾਂ ਸਾਰਾ ਇਹ ਬੋਲਣੇ ਵਾਸਤੇ ਗਿਆ ਸੀ, ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ। ਤੋ ਇਹ ਸ਼ਖਸੀਅਤ, ਇਹ ਪ੍ਰਧਾਨ, ਮੈਨੂੰ ਲੱਗਦਾ ਇਹ ਪ੍ਰਧਾਨ ਮੰਤਰੀ ਪਦ ਦੀ ਗਰਮਾ ਦੇ ਜਿਹੜਾ ਪੂਰਾ ਇਹ ਸਿਸਟਮ, ਸਾਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਪਦ ਦੀ ਗਰਮਾ ਇਹ ਪ੍ਰਧਾਨ ਮੰਤਰੀ ਦੇਸ਼ ਦਾ ਹੋਣਾ ਚਾਹੀਦਾ, ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੋਣਾ। ਠਾਕਰ ਜੀ, ਅੱਜ ਇੱਕ 10ਵੇਂ ਗੇੜ ਦੀ ਕਿਸਾਨਾਂ ਦੀ ਤੇ 3 ਕੇਂਦਰੀ ਮੰਤਰੀਆਂ ਦੀ ਗੱਲਬਾਤ ਹੋਈ। ਉਹਦੇ ਵਿੱਚ ਜਿਹੜੇ ਗੱਲਬਾਤ ਦੇ ਮੁੱਖ ਸੰਚਾਲਕ ਨੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸੀਗੇ। ਤੋਮਰ ਸਾਹਿਬ ਨੇ ਫਿਰ ਅੱਜ ਕਿਹਾ, ਜੋ ਪਹਿਲੀਆਂ ਕਈ ਮੀਟਿੰਗਾਂ 'ਚ ਕਹਿੰਦੇ ਆ ਰਿਹਾ ਵੀ 3 ਖੇਤੀ ਕਾਨੂੰਨ ਨਹੀਂ ਬਦਲਣਗੇ, ਇਹਨਾਂ 'ਚ ਸੋਧਾਂ ਹੋ ਸਕਦੀਆਂ। ਤੇ ਕਿਸਾਨਾਂ ਨੇ ਕਿਹਾ ਵੀ ਸੋਧਾਂ ਸਾਨੂੰ ਮਨਜ਼ੂਰ ਨਹੀਂ ਗਿਆ। ਇਸ ਦੌਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਅਜੇ ਗੱਲਬਾਤ ਟੁੱਟਣ ਦਾ ਦੌਰ ਆਇਆ ਲੱਗਦਾ ਸੀਗਾ। ਤੇ ਮੈਨੂੰ ਨਹੀਂ ਲੱਗਦਾ ਜੇ ਕਿਸਮ ਦਾ ਕੇਂਦਰ ਸਰਕਾਰ ਦਾ ਰਵੱਈਆ ਹੈ, ਐਟੀਚਿਊਡ ਹੈ, ਵੀ ਇਹ ਗੱਲਬਾਤ ਕਿਸੇ ਕਿਨਾਰੇ ਲੱਗੇਗੀ। 10ਵੇਂ ਗੇੜ ਦੀ ਗੱਲਬਾਤ ਵੀ ਜਿਵੇਂ ਪਿਛਲੇ 3-4 ਦੌਰ ਦੀ ਗੱਲਬਾਤ ਬਿਨਾਂ ਕੋਈ ਕੰਮ ਕੀਤਿਆਂ ਨਿਪਟਦੀਆਂ ਰਹੀਆਂ, ਉਵੇਂ ਇਹ ਨਿਪਟ ਜਾਏਗੀ। ਇਹਦੇ ਬਾਰੇ ਕੀ ਤੁਹਾਡਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਧੰਨ ਜਿਗਰਾ, ਮੈਂ ਹੱਥ ਜੋੜ ਸਲਾਮ ਕਰਦਾ ਸਾਡੇ ਜਿਹੜੇ ਕਿਸਾਨ ਹੈ, ਉਹਨਾਂ ਨੂੰ ਪਤਾ ਹੈ। ਉਹ ਜਾਣ ਤੋਂ ਪਹਿਲਾਂ ਵੀ ਦੱਸਦੇ ਆ ਕਿ ਬੇਸਿੱਟਾ ਨਿਕਲਣੀਆਂ, ਇਸ ਦਾ ਕੋਈ ਸਿੱਟਾ ਨਹੀਂ ਨਿਕਲਣਾ, ਲੇਕਿਨ ਫਿਰ ਵੀ ਉਹ ਗੱਲ ਕਰਨ ਦੇ ਲਈ ਜਾਂਦੇ। ਉਹ ਡੰਡਾ ਲੈ ਕੇ ਨਹੀਂ ਜਾਂਦੇ, ਉਹ ਪੈਨ ਕਲਮ ਲੈ ਕੇ, ਉਹ ਸਿਰਫ ਗੱਲ ਕਰਨ ਉੱਥੇ ਜਾਂਦੇ ਆ। ਉਹ ਉਹਨਾਂ ਨੂੰ ਪਤਾ ਹੈ ਕਿ। ਔਰ ਦੂਜੀ ਗੱਲ, ਇਹ ਤਾਂ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਬਿਲਕੁਲ ਹੱਕ 'ਚ ਨਹੀਂ ਹੈ। ਜਦ ਉਹਨਾਂ ਦੇ ਅਟਾਰਨੀ ਜਨਰਲ ਸੁਪਰੀਮ ਕੋਰਟ ਦੇ ਅੰਦਰ ਕਹਿ ਰਿਹਾ ਕਿ ਇਹ ਕਾਨੂੰਨ ਹੱਕ 'ਚ ਹੈ, ਔਰ ਸੁਪਰੀਮ ਕੋਰਟ, ਜੋ ਸੁਪਰੀਮ ਕੋਰਟ ਦਾ ਇਸ਼ਾਰਾ, ਸੁਪਰੀਮ ਕੋਰਟ ਮੰਨ ਰਿਹਾ ਕਾਨੂੰਨਾਂ ਦੇ ਅੰਦਰ ਕੋਈ ਨਾ ਕੋਈ ਗਲਤੀ ਹੈਗੀ ਹੈ, ਇਹ ਗਲਤੀਆਂ ਹੈਗੀਆਂ। ਇਹਨਾਂ ਦੇ ਮੰਤਰੀ ਜਿਹੜੇ ਮੀਟਿੰਗਾਂ ਕਰ ਰਹੇ ਆ, ਤੋਮਰ ਸਾਹਿਬ ਦੀ ਗੱਲ ਕਰੋ ਜਾਂ ਪੀਸ਼ ਗੋਇਲ ਦੀ ਗੱਲ ਕਰੋ, ਉਹ ਮੰਨਦੇ ਆ ਅਗਰ ਉਹ ਸੋਧ ਕਰਨਾ ਚਾਹੁੰਦੇ ਆ। ਸੁਣਨੇ 'ਚ ਜੋ ਆਇਆ ਹੈ ਕਿ ਜੋ 18 ਮੁੱਦੇ ਉਹਨਾਂ 'ਚੋਂ ਦਿੱਤੇ, 15 ਮੁੱਦਿਆਂ 'ਚ ਸੋਧ ਕਰਨੇ ਨੂੰ ਤਿਆਰ ਹੈ। ਇਹਦਾ ਮਤਲਬ ਕਿ ਉਹ ਕਾਨੂੰਨ 90% ਗਲਤ ਹੈ। ਜੇ 90% ਗਲਤ ਹੈ ਤਾਂ 10% ਨੂੰ ਨਵੇਂ ਪਾ ਕੇ ਤੁਸੀਂ ਕਾਨੂੰਨ ਹੀ ਨਵਾਂ ਬਣਾ ਲਓ। ਲੇਕਿਨ ਗੱਲ ਇਹ ਹੈ, ਇਹ ਨਹੀਂ ਚਾਹੁੰਦੇ, ਇਹ ਸਿਰਫ ਮਾਮਲੇ ਨੂੰ ਲਟਕਾਉਣਾ ਚਾਹੁੰਦੇ ਹੈ। ਮਾਮਲੇ ਨੂੰ ਲਟਕਾ ਕੇ ਇਹਨੂੰ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ ਹੈ। ਔਰ ਇਹ ਇਹਨਾਂ ਨੇ 26 ਤਰੀਕ ਕੱਢਣੀ ਹੈ ਇਸ ਤਰ੍ਹਾਂ ਗੱਲਾਂ ਬਾਤਾਂ ਰਾਹੀਂ। ਕਰਨਾ ਇਹਨਾਂ ਨੇ ਕੁਛ ਨਹੀਂ ਹੈ, ਫੈਸਲਾ ਇਹਨਾਂ ਦੇ ਕੋਈ ਨਹੀਂ ਹੋਣਾ। ਇਹ ਅੜੀਅਲ ਰਵੱਈਆ, ਕਿਉਂ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ 'ਚ ਸਰਕਾਰ ਨੀਚੇ ਜਾਏਗੀ, ਸਰਕਾਰ ਦੀ ਹੇਠੀ ਹੋਏਗੀ, ਸਰਕਾਰ ਦੀ ਬੇਇੱਜ਼ਤੀ ਹੋਏਗੀ, ਸਰਕਾਰ ਦੀ ਅਣਖ ਸ਼ਬਦ ਮੈਂ ਯੂਜ਼ ਕਰ ਰਿਹਾ, ਕਹਿੰਦੇ ਵੀ ਸਾਡੀ ਅਣਖ ਖਰਾਬ ਹੋਏਗੀ। ਲੇਕਿਨ ਅੱਜ ਜਿਹੜਾ ਕਿਸਾਨ ਹੈ, ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਕਿਸਾਨ ਜਿਹੜੇ ਨੇਤਾ ਵੀ ਜਿਹੜੇ ਉੱਥੇ ਇੰਨੀਆਂ ਆਰਗੇਨਾਈਜੇਸ਼ਨਾਂ ਭਾਂਤ ਤੋਂ ਇਕੱਠੇ ਹੋ ਕੇ ਉਹਨਾਂ ਨੇ ਜੋ ਇਹ ਲੜਾਈ ਮਜ਼ਬੂਤੀ ਦੇ ਨਾਲ ਲੜੀ ਹੈ, ਔਰ ਅੱਗੇ ਵੀ ਇਹ ਲੜਾਈ ਮੈਨੂੰ ਲੱਗਦਾ ਇਸ ਸ਼ਾਂਤੀ ਦੇ ਨਾਲ, ਕਿਉਂ ਜੋ ਉਹਨਾਂ ਦਾ ਵਿਊ ਹੈ। ਦਿੱਲੀ ਪੁਲਿਸ ਨੂੰ ਵੀ ਕੱਲ੍ਹ ਉਹਨਾਂ ਨੇ ਇਹੀ ਗੱਲ ਕੀਤੀ ਹੈ, ਅੱਜ ਵੀ ਇਹੀ ਕਿਹਾ, ਕਿਸਾਨਾਂ ਨੇ ਵੀ ਮੀਟਿੰਗ 'ਚ ਇਹੀ ਗੱਲ ਕੀਤੀ ਹੈ। ਅੱਜ ਵੀ ਮੀਟਿੰਗ ਹੋਈ, ਅੱਜ ਵੀ ਉਹਨਾਂ ਹੋਈ ਗੱਲਾਂ ਜਿਹੜੀਆਂ ਲਗਭਗ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸਿੱਟਾ ਨਿਕਲਣਾ ਹੈ। ਇਹ ਸਰਕਾਰ ਬਿਲਕੁਲ ਵੀ ਗੰਭੀਰਤਾ ਨਾਲ ਇਸ ਜਿਹੜਾ ਸਬਜੈਕਟ ਹੈ, ਜਿਹੜਾ ਖੇਤੀਬਾੜੀ ਦੇ ਬਿੱਲ ਹੈ, ਇਹਦੇ ਲਈ ਸੋਚਣੇ ਨੂੰ ਤਿਆਰ ਹੈ। ਮੇਰੀ ਰਾਏ ਬਿਲਕੁਲ ਇਸ ਤੋਂ ਅਲੱਗ ਹੈ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹਦੇ ਪੱਖ 'ਚ ਹੈਗੀ। ਤੇ ਫਿਰ ਅਲਟੀਮੇਟਲੀ ਕਿਸਾਨ ਅੰਦੋਲਨ ਲੰਮਾ ਚੱਲੇਗਾ,
ਇਸ ਵੇਲੇ ਕਿਸਾਨ ਅੰਦੋਲਨ ਕੇਵਲ ਉੱਤਰੀ ਭਾਰਤ ਦਾ ਨਹੀਂ, ਪੂਰੇ ਦੇਸ਼ ਦੇ ਵਿੱਚ ਚੱਲ ਪਿਆ। ਅੱਜ ਵੀ ਜਿਹੜਾ ਹੈ ਕਰਨਾਟਕਾ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਹੋਇਆ ਕਿਸਾਨਾਂ ਦਾ। ਪਹਿਲਾਂ ਇੱਕ ਕਿਸਾਨਾਂ ਦਾ ਆਪਣਾ ਵੱਖਰਾ ਚੱਲ ਰਿਹਾ, ਕਾਂਗਰਸ ਪਾਰਟੀ ਨੇ ਵੀ ਅੱਜ ਉੱਥੇ ਇਕੱਠ ਕੀਤਾ। ਕੱਲ੍ਹ ਰਾਹੁਲ ਗਾਂਧੀ ਜੋ ਕੁਝ ਬੋਲੇ ਹੈ, ਮੇਰਾ ਖਿਆਲ ਸਾਰੀਆਂ ਪਾਰਟੀਆਂ ਹੀ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਨੇ। ਤੇ 29 ਤੋਂ ਪਾਰਲੀਮੈਂਟ ਦਾ ਸੈਸ਼ਨ ਹੋਣਾ, ਉਹ ਸੈਸ਼ਨ ਦੇ ਵਿੱਚ ਵੀ ਕਾਂਗਰਸ ਜਿਹੜੀ ਬੀਜੇਪੀ ਸਰਕਾਰ ਹੈ ਇਹਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਏਗਾ। ਕੀ ਕਾਰਨ, ਕਿਉਂ ਨਹੀਂ ਸਰਕਾਰ ਇਹਦੇ ਤੋਂ ਟਸ ਤੋਂ ਮਸ ਕਿਉਂ ਨਹੀਂ ਹੋਣਾ ਚਾਹੁੰਦੀ? ਕੀ ਹੇਠੀ ਦਾ ਮਾਮਲਾ, ਕੀ ਸਰਕਾਰ ਨੇ ਇਹਨੂੰ ਵਕਾਰ ਦਾ ਸਵਾਲ ਬਣਾ ਲਿਆ? ਕਿਉਂ ਨਹੀਂ ਸਰਕਾਰ, ਜੇ ਕਿਸਾਨਾਂ ਨੂੰ ਕਹਿੰਦੀ ਵੀ ਉਹ ਬਦਲ ਜਾਣ, ਤੇ ਸਰਕਾਰ ਕਿਉਂ ਨਹੀਂ ਇਹਦੇ ਤੇ ਮੋੜ ਕੱਟ ਸਕਦੀ ਵੀ? ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ। ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ, ਲੇਕਿਨ ਤੁਸੀਂ ਦੇਖੋ ਜਿੰਨੇ ਵੀ ਇਹਨਾਂ ਦੇ ਭਾਈਵਾਲ ਸੀਗੇ, ਚਾਹੇ ਉਹ ਰਾਜਸਥਾਨ ਬੇਨੀਵਾਲ ਸਾਹਿਬ ਹੋਣ, ਸ਼੍ਰੋਮਣੀ ਅਕਾਲੀ ਦਲ ਹੋਵੇ, ਜਾਂ ਉਹ ਇੱਕ ਛੋਟੀ ਜਿਹੀ ਪਾਰਟੀ ਹੈ ਇਹਦੇ ਨਾਲ ਇਹਨਾਂ ਨੇ ਯੂਪੀ ਔਰ ਮਹਾਰਾਸ਼ਟਰ ਆਪਣਾ ਦਲ, ਉਹ ਸਾਰੇ ਇਹਨਾਂ, ਕਿਉਂ ਇਹ ਹੈ ਤਾਂ ਛੋਟੀ ਛੋਟੀ ਪਾਰਟੀਆਂ ਦਾ ਸਮਝੌਤਾ ਸੀ ਇਹਨਾਂ ਦੇ ਨਾਲ, ਤਾਂ ਉਹ ਸਾਰੇ, ਔਰ ਇਹਦਾ ਖਮਿਆਜਾ ਜਿਹੜਾ ਇਹਨਾਂ ਨੂੰ ਤੁਸੀਂ ਦੇਖਿਓ ਨੈਕਸਟ ਜਿਹੜੇ ਬੰਗਾਲ ਤੇ ਇਹਨਾਂ ਨੇ ਉੱਥੇ ਬੜਾ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਮਿਲਨਾਡੂ ਦੇ ਅੰਦਰ, ਉਹ ਖਮਿਆਜਾ ਇਹਨਾਂ ਨੂੰ ਉੱਥੇ ਭੁਗਤਣਾ ਪੈਣਾ। ਔਰ ਦੂਜੀ ਗੱਲ, ਲੋਕਾਂ ਦੇ ਅੰਦੋਲਨ, ਜਨ ਅੰਦੋਲਨ ਦੇ ਸਾਹਮਣੇ ਕੋਈ ਚੀਜ਼ ਨਹੀਂ ਟਿਕ ਹੋ ਸਕਦੀ। ਮੈਨੂੰ ਕੋਈ ਗੁਰੇਜ਼ ਨਹੀਂ ਹੈ ਗੱਲ ਕਹਿਣੇ 'ਚ। ਸਿਵਲ ਸੁਸਾਇਟੀ ਦਾ ਜਿਹੜਾ ਅੰਦੋਲਨ ਚੱਲਿਆ, ਸਿਵਲ ਸੁਸਾਇਟੀ ਦੇ ਅੰਦੋਲਨ ਤੋਂ ਬਹੁਤ ਸਰਕਾਰਾਂ ਵੀ ਬਣ ਗਈਆਂ, ਅੰਨਾ ਸਾਹਿਬ ਬੈਠੇ, ਉਹ ਅੰਦੋਲਨ ਹੌਲੀ ਹੌਲੀ ਕਰਕੇ ਭਖਿਆ ਔਰ ਪੂਰੇ ਦੇਸ਼ ਦੇ ਅੰਦਰ ਫੈਲਿਆ। ਉਹ ਅੰਦੋਲਨ ਦੀ ਬਦੌਲਤ ਸੀ ਕਿ 10 ਸਾਲ ਪੁਰਾਣੀ ਕੰਮ ਕਰਨੇ ਵਾਲੀ, ਜਿਹਨੇ 48 ਸਕੀਮਾਂ, ਵਰਲਡ ਦੀ ਸਭ ਤੋਂ ਬੜੀ ਰੋਜ਼ਗਾਰ ਸਕੀਮ, ਜਿਹਨੂੰ ਇੱਕ ਕਹਿੰਦੇ ਸੀ ਮਨਰੇਗਾ ਦਾ ਘੁਟਾਲਾ ਹੈ, ਸਭ ਤੋਂ ਬੜੀ ਸਕੀਮ ਕੈਰੀ ਔਨ ਕੀਤੀਆਂ 48 ਦੀ 48 ਸਕੀਮਾਂ ਮੋਦੀ ਸਰਕਾਰ ਨੇ। ਉਹ ਕੰਮ ਕਰਨ ਵਾਲੀ ਸਰਕਾਰ ਵੀ ਲੋਕਾਂ ਦੇ ਫੈਸਲੇ ਦੇ ਅੱਗੇ ਟਿਕ ਨਹੀਂ ਸਕੀ। ਮੈਨੂੰ ਲੱਗਦਾ ਜਿਹੜਾ ਤਾਨਾਸ਼ਾਹੀ ਰਵੱਈਆ ਅੱਜ ਅਪਣਾਇਆ ਜਾ ਰਿਹਾ, ਇਹ ਫੈਸਲਾ ਕਰਨ, ਇਹ ਬੈਲਟ ਤੇ ਇਲੈਕਸ਼ਨ ਕਰਾਉਣ, ਔਰ ਉਸ ਤੋਂ ਬਾਅਦ ਇਹ ਹਿੰਦੁਸਤਾਨ ਦਾ ਜਿਹੜਾ ਰਿਜ਼ਲਟ ਹੈ ਉਹ ਦੇਖ ਲੈਣ ਕਿ ਉਹ ਬਹੁਮਤ ਤਾਂ ਮੇਰੇ ਮੁਤਾਬਕ ਬਹੁਮਤ ਇਹਨਾਂ ਨੂੰ ਪਿਛਲੀ ਵਾਰ ਵੀ ਨਹੀਂ ਸੀਗਾ। ਮਾਈਨੋਰਟੀ ਦੀ ਸਰਕਾਰ 28% ਵੋਟਾਂ ਤੇ ਇਹਨਾਂ ਨੇ ਬਣਾਈ, ਵਿਪਕਸ਼ ਵਿਖਰਿਆ ਹੋਇਆ ਸੀਗਾ। ਬਹੁਤ ਵੱਡੀ ਕਮੀ ਵਿਪਕਸ਼ ਦੇ ਅੰਦਰ ਰਹੀ ਹੈ ਕਿ ਜਿਹੜੇ ਮੁੱਦੇ ਆ ਉਹਨਾਂ ਨੂੰ ਸਾਹਮਣੇ ਲੈ ਕੇ ਇਹ ਸਰਕਾਰ ਦਾ ਵਿਰੋਧ ਨਹੀਂ ਕਰ ਸਕੇ। ਲੇਕਿਨ ਹੁਣ ਮੈਨੂੰ ਲੱਗਦਾ ਹੈ ਕਿ ਸਾਰੀ ਰਾਜਨੀਤਿਕ ਪਾਰਟੀਆਂ ਆਪਣੇ ਤੌਰ ਤੇ ਆ ਕੇ, ਵਿਧਾਨ ਸਭਾ ਹੋਵੇ, ਪਾਰਲੀਮੈਂਟ ਹੋਵੇ ਜਾਂ ਕੋਈ ਹੋਰ ਜਗ੍ਹਾ ਹੋਵੇ, ਰਾਜਨੀਤਿਕ ਪਾਰਟੀਆਂ ਨੂੰ ਵੀ ਹੁਣ ਉੱਠਣਾ ਪੈਣਾ ਕਿ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ। ਜਿਹੜੇ ਨੁਮਾਇੰਦੇ ਅਸੀਂ ਚੁਣ ਕੇ ਭੇਜੇ ਆ ਵਿਧਾਨ ਸਭਾ ਦੇ ਅੰਦਰ, ਪਾਰਲੀਮੈਂਟ ਦੇ ਅੰਦਰ, ਉਹਨਾਂ ਦਾ ਫਰਜ਼ ਹੈ ਕਿ ਉਹ ਆਪਣੀ ਲੜਾਈ ਜਾ ਕੇ ਉੱਥੇ ਵਿਧਾਨ ਸਭਾ ਦੇ ਅੰਦਰ ਲੜਨ, ਪਾਰਲੀਮੈਂਟ ਦੇ ਅੰਦਰ ਲੜਨ। ਔਰ ਜਿਹੜੀ ਲੋਕਤੰਤਰ ਦੇ ਅੰਦਰ ਲੜਾਈ ਹੁੰਦੀ ਹੈ, ਮੈਂ ਸਮਝਦਾ ਸਭ ਤੋਂ ਬੜੀ ਲੜਾਈ ਜਿਹੜੀ ਹੁੰਦੀ ਹੈ ਉਹ ਪਾਰਲੀਮੈਂਟ ਦੇ ਅੰਦਰ ਹੁੰਦੀ ਹੈ। ਔਰ ਲੋਕਾਂ ਨੂੰ ਇਹ ਗੱਲ ਸਮਝ ਆਏਗੀ, ਸਰਕਾਰ ਨੂੰ ਵੀ ਇਹ ਗੱਲ ਸਮਝਣੀ ਪੈਣੀ ਹੈ। ਹੁਣ ਨਹੀਂ ਸਮਝਣਗੇ ਤਾਂ ਇਹ 2023 'ਚ ਵੀ ਸਮਝ ਜਾਣਗੇ, ਮੈਂ ਤਾਂ ਇਹੀ ਕਹਿ ਸਕਦਾ। ਹਾਂਜੀ ਡਾਕਟਰ ਸਾਹਿਬ, ਇੱਥੇ ਸਾਡੇ ਇਸ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਸੀਂ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ।